ਬਲੂਲਨ ਵਿਸ਼ਵਾਸ ਤੋਂ ਅੱਜ ਤੁਹਾਨੂੰ ਆਲਸ ਦੇ ਬਾਰੇ ਦੱਸਣ ਆਇਆ ਸੀਗਾ। ਸੋ ਬਹੁਤ ਲੋਕਾਂ ਦਾ ਥਿੰਕਿੰਗ ਹੈ ਕਿ ਦੀਪਕ ਸਰ ਤਾਂ ਵੀਜ਼ਾ ਹੀ ਲਗਵਾਉਂਦੇ ਨੇ, ਬਟ ਮੈਂ ਦੱਸਣਾ ਚਾਹਾਂਗਾ ਮੈਂ 8 ਤੋਂ 9 ਸਾਲ ਆਲਸ ਦੀ ਟੀਚਿੰਗ ਦਿੱਤੀ ਹੈਗੀ ਹੈ ਐਂਡ ਮੈਨੀ ਆਫ ਦ ਸਟੂਡੈਂਟਸ ਮੇਰੇ ਕੋਲ ਆਉਂਦੇ ਸੀਗੇ ਤੇ ਉਹ ਪੁੱਛਦੇ ਸੀਗੇ ਸਰ ਕਿ ਆਲਸ ਦੇ ਬਾਰੇ ਕੁਝ ਟਿਪਸ ਵਗੈਰਾ ਦੇ ਬਾਰੇ ਡਿਸਕਸ਼ਨ ਕਰੋ ਐਂਡ ਵੈਨ ਆਈ ਜਸਟ ਥॉट ਅਬਾਊਟ ਇਟ ਮੈਂ ਕਿਹਾ ਚਲੋ ਇਸ ਦੇ ਬਾਰੇ ਇੱਕ ਵੀਡੀਓ ਬਣਾ ਦਈਏ। ਸੋ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਹੈ ਆਲਸ ਦੇ ਬਾਰੇ ਕਿਉਂਕਿ ਡਿਫਰੈਂਟ ਸਟ੍ਰੈਟਜੀਜ਼ ਦੱਸੀ ਜਾਂਦੀਆਂ ਨੇ ਆਲਸ ਦੀਆਂ ਐਂਡ ਐਗਜ਼ੈਕਟਲੀ ਬੱਚੇ ਕਨਫਿਊਜ਼ ਹੋ ਰਿਹਾ ਹੈਗਾ। ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਬੱਚਿਆਂ ਦਾ ਰੀਡਿੰਗ ਸੈਕਸ਼ਨ। ਸੋ ਰੀਡਿੰਗ ਦੇ ਵਿੱਚ ਹੈਡਿੰਗਸ ਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿਹੜੀ ਹੈਡਿੰਗਸ ਮੈਚ ਕਰ ਰਹੀਆਂ ਨੇ ਐਂਡ ਵਾਟ ਆਰ ਦ ਥਿੰਗਸ ਜਿਹੜੀ ਆਪਾਂ ਨੂੰ ਦੇਖਣੀ ਹੈ ਕਿ ਜਦ ਆਪਾਂ ਹੈਡਿੰਗਸ ਦੇ ਆਨਸਰ ਕਰਦੇ ਹੈਗੇ। So first of all, I would like to tell you the full form of IELTS. So the full form of IELTS is IELTS, is English International English Language Testing System. So मैं दसना चाहूँगा इस 4 sections होंगे ने। एक तो हो गया अपना reading, then is listening, then writing and speaking. So इस दे विच basically IELTS ਦੀ ਲੋੜ ਕਿਉਂ ਹੈ ਕਿਉਂਕਿ ਸਭ ਤੋਂ ਪਹਿਲਾਂ ਜਦ ਤੱਕ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ IELTS ਕਰ ਕਿਉਂ ਰਹੇ ਹਾਂ ਉਸ ਤੋਂ ਪਹਿਲਾਂ ਆਪਾਂ ਨੂੰ ਇੰਟਰਸਟ ਨਹੀਂ ਬਣਦਾ ਲੈਂਗੁਏਜ ਦੇ ਵਿੱਚ। ਤਾਂ ਬਹੁਤ ਲੋਕਾਂ ਨੇ ਇਹਨੂੰ ਹਵਾ ਬਣਾ ਰੱਖਿਆ ਕਿ ਆਲਸ ਕਰਨਾ ਬਹੁਤ ਡਿਫਿਕਲਟ ਹੈ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਕਿਸੇ ਵੀ ਛੋਟੇ ਬੱਚੇ ਨੂੰ ਉਹਦੇ ਮੰਮੀ ਜਾਂ ਡੈਡੀ ਹਿੰਦੀ ਜਾਂ ਪੰਜਾਬੀ ਨਹੀਂ ਸਿਖਾਉਂਦੇ, ਉਹ ਬੱਚਾ ਖੁਦ ਹੀ ਸਿੱਖਦਾ ਹੈਗਾ ਬਿਕੋਜ਼ ਉਹਦਾ ਇੰਟਰਸਟ ਹੈ। ਇੰਟਰਸਟ ਦੇ ਨਾਲ ਉਹਦੀ ਕਿਉਰਿਓਸਿਟੀ ਹੈ। ਸੋ ਕਿਉਰਿਓਸਿਟੀ ਦੀ ਮਤਲਬ ਹੋਇਆ ਉਤਸੁਕਤਾ। ਤਾਂ ਜਦ ਤੁਹਾਡੀ ਕਿਸੇ ਲੈਂਗੁਏਜ ਦੇ ਵਿੱਚ ਉਤਸੁਕਤਾ ਤੇ ਇੰਟਰਸਟ ਹੈਗਾ ਦੈਨ ਡੈਫੀਨਿਟਲੀ ਯੂ ਆਰ ਗੋਣਾ ਸਕਸੀਡ। ਸੋ ਆਮ ਤੌਰ ਤੇ ਕੀ ਹੁੰਦਾ ਕਿ ਆਪਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਕੋਈ ਇੰਗਲਿਸ਼ ਬੋਲਦੇ ਹਾਂ ਥੋੜੀ ਜਿਹੀ ਤਾਂ ਸਾਡਾ ਫਰੈਂਡ ਸਰਕਲ ਹੁੰਦਾ ਉਹ ਦੇਖੀ ਕਿ ਅਸੀਂ ਗੱਲਾਂ ਕਰੀ ਜਾਂਦਾ ਇੰਗਲਿਸ਼ ਗੱਲਾਂ ਕਰੀ ਜਾਂਦਾ ਬਟ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹ ਬਹੁਤ ਇੰਪੋਰਟੈਂਟ ਹੈਗਾ ਜਦ ਆਪਾਂ ਆਊਟਸਾਈਡ ਇੰਡੀਆ ਜਾਂਦੇ ਹਾਂ ਸਟਾਰਟਿੰਗ ਫਰਮ ਦ 에ਅਰਪੋਰਟ ਟਿਲ ਦ ਕੰਟਰੀ ਵੀ ਰੀਚ ਵੇਅਰ ਇੰਗਲਿਸ਼ ਇਜ਼ ਸਪੋਕਨ ਇਟਸ ਵੈਰੀ ਇੰਪੋਰਟੈਂਟ। ਇਹਦਾ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੇ ਕੋਲ ਬਿਹਾਰ ਜਾਂ ਯੂਪੀ ਤੋਂ ਪ੍ਰਵਾਸੀ ਆਉਂਦੇ ਨੇ ਜਿਹੜੇ ਕੰਮ ਕਰਦੇ ਨੇ ਆਪਣੇ ਖੇਤਾਂ ਦੇ ਵਿੱਚ ਤਾਂ ਅਸੀਂ ਉਹਨਾਂ ਨਾਲ awkwardly ਬਿਹੇਵ ਕਰਦੇ ਹਾਂ ਉਹਨਾਂ ਦੀ ਹਿੰਦੀ ਨੂੰ ਲੈ ਕੇ ਐਂਡ that becomes a mock. So I would say ਕਿ ਜਦ ਆਪਾਂ ਜਾਂਦੇ ਹਾਂ ਤਾਂ ਆਪਾਂ ਵਾਸਤੇ ਵੀ ਆਪਣੇ ਵਾਸਤੇ ਵੀ ਉਧਰ ਥੋੜਾ ਡਿਫਿਕਲਟ ਹੁੰਦਾ ਹੈਗਾ ਜਦ ਆਪਾਂ ਨੂੰ ਇੰਗਲਿਸ਼ ਨਾ ਆਉਂਦੀ ਹੋਏ ਤੇ ਆਪਾਂ ਨੂੰ ਜੌਬਸ ਇਹ ਜਿਹੀਆਂ ਹੀ ਮਿਲਦੀਆਂ ਜਿਹੜੀ ਕਿ ਦਰਵਾਜ਼ੇ ਦੇ ਪਿੱਛੇ ਹੋਣ। ਸੋ ਦਰਵਾਜ਼ੇ ਦੇ ਪਿੱਛੇ ਦੀ ਜੌਬਸ ਦੀ ਗੱਲ ਕੀ ਹੈ ਕੋਈ ਕਲੀਨਿੰਗ ਜੌਬਸ ਹੋ ਗਈਆਂ ਕਿਸੇ ਚੀਜ਼ ਦੀ ਵੀ ਮੈਂ ਉਸ ਦੀ ਗੱਲ ਕਰ ਰਿਹਾ। ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੈ then you have skills you can study in the classes ਤੇ ਨਾਲ ਦੀ ਨਾਲ ਤੁਸੀਂ ਉਧਰ ਹੀ ਜਦ ਬਾਹਰ ਕਿਧਰ ਕੰਮ ਕਰਨ ਜਾਣਾ you can speak in English plus you can have some salesman techniques. Morning guys, so let's start writing. And writing consists of 2 tasks and it is suggested that candidates spend about 20 minutes on task 1 and 40 minutes on task 2. मतलब कि ਆਪਾਂ ਕੋਲ 2 टास्क ने और पहले टास्क ਤੇ ਆਪਾਂ 20 ਮਿੰਟ ਲਾਣੇ ਆ ਔਰ ਦੂਸਰੇ ਤੇ ਆਪਾਂ 60 ਮਿੰਟਸ ਲਗਾਣੇ ਆ। ਤਾਂ ਟਾਸਕ 1 ਜੋ ਹੈ ਉਹਦੇ ਵਿੱਚ 6 to 7 ਟਾਈਪਸ ਦੇ ਕੁਐਸਚਨ ਹੈ। ਪਹਿਲਾ ਜੋ ਟਾਈਪ ਹੈ ਉਹ ਹੈ ਤੁਹਾਡਾ ਟੇਬਲ, ਸੈਕੰਡ ਗ੍ਰਾਫ, ਲਾਈਨ ਗ੍ਰਾਫ, ਬਾਰ ਚਾਰਟ, process, map and map in which they have present, future and past and pie chart and combination chart in which both two task ਹੋਣਗੇ, 2 charts ਹੋਣਗੇ ਜਿਹਦੇ ਵਿੱਚ 2 chart combine ਕਰਕੇ ਤੁਹਾਨੂੰ combination chart ਦੇ ਦੇਣਗੇ ਔਰ ਇਹਦੇ ਵਿੱਚ ਤੁਸੀਂ 150 ਵਰਡਸ ਲਿਖਣੇ ਆ ਐਟ ਲੀਸਟ। ਔਰ ਟਾਸਕ 2 ਦੇ ਵਿੱਚ ਤੁਹਾਡੇ ਡਿਫਰੈਂਟ ਟਾਈਪਸ ਦੇ ਕੁਐਸਚਨਸ ਹੋਣਗੇ ਜਿਵੇਂ ਕਿ ਡਿਸਐਡਵਾਂਟੇਜ, ਐਡਵਾਂਟੇਜ, ਪੋਜ਼ਿਟਿਵ, ਨੈਗੇਟਿਵ, ਰੀਜ਼ਨ, ਸੋਲੂਸ਼ਨ, ਕਾਜ਼, ਸੋਲੂਸ਼ਨ ਐਂਡ ਪੋਜ਼ਿਟਿਵ, ਨੈਗੇਟਿਵ ਐਂਡ डिफरेंट काइंड ऑफ क्वेश्चंस। और ये क्वेश्चंस ਜਿਹੜੇ ਹੋਣਗੇ सोशल एनवायरनमेंट, चिल्ड्रन, क्राइम ਦੇ बेस ਤੇ ਹੋਣਗੇ और ਇਹਦੇ ਉੱਤੇ ਤੁਸੀਂ 60 ਮਿੰਟ ਸਪੈਂਡ ਕਰਨੇ ਹੈ और 250 वर्ड्स एटलीस्ट इस टास्क ਵਿੱਚ ਤੁਸੀਂ ਲਿਖਣੇ ਹੈ। और ये दोनों टास्क जो हैगे ने अलग-अलग बैंड रिक्वायरमेंट है ਇਹਦੀ। जो टास्क 1 है और टास्क 2 है, टास्क 2 ट्वाइस कंट्रीब्यूट करता है, वो 6 बैंड्स ਦਾ है और जो टास्क 1 है वो 3 बैंड्स ਦਾ है। ਤਾਂ ਇਟ ਮੀਨਸ ਟੋਟਲ 9 ਬੈਂਡ ਹੈ ਔਰ ਦੋਨਾਂ ਨੂੰ ਕੰਬਾਈਨ ਕਰਕੇ ਤੁਹਾਨੂੰ ਓਵਰਆਲ ਬੈਂਡ ਮਿਲਦੇ ਹੈ। ਤਾਂ ਇਹਦੇ ਵਿੱਚ ਤੁਸੀਂ ਦੇਖਿਓ ਕਿ ਜੋ ਤੁਹਾਡਾ ਟਾਸਕ 1 ਹੈ ਉਹਦੇ ਵਿੱਚ ਤੁਹਾਡੇ ਕੋਲ ਇੱਕ ਗ੍ਰਾਫ ਹੋਊਗਾ ਜਿਹਨੂੰ ਤੁਸੀਂ ਇੰਗਲਿਸ਼ ਦੇ ਨਾਲ ਐਕਸਪਲੇਨ ਕਰਨਾ ਹੈ ਔਰ ਗ੍ਰਾਫ ਦੇ ਵਿੱਚ ਤੁਹਾਡੇ ਕੋਲ ਟਾਈਮ ਹੋਊਗਾ ਤਾਂ ਟਾਈਮ ਦੀ ਵੋਕੈਬਲਰੀ ਯੂਜ਼ ਕਰਾਂਗੇ, ਸਿਨੋਨਿਮ ਯੂਜ਼ ਕਰਾਂਗੇ ਔਰ ਡਿਫਰੈਂਟ ਕਾइंड ऑफ फ्रेजेस ਯੂਜ਼ ਕਰਾਂਗੇ। ਕਿੱਦਾਂ ਤੁਸੀਂ ਇੱਕ ਵੇਰੀਏਸ਼ਨ ਦੇ ਕੇ ਟਾਸਕ 1 ਨੂੰ ਕੰਪਲੀਟ ਕਰਨਾ ਹੈ ਉਹ ਸਾਰਾ ਕੁਝ ਜੋ ਹੈ ਕਲਾਸ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ। और सैकेंड थिंग जो है टास्क 1 नीट एंड क्लीन लिखना होंगे और ये कुछ भी डाटा जो है वो इन्ना ज़्यादा एनालाइज नहीं किया जाता, जो तुहानूं दिखाया जा रहा है सिर्फ तुसीं उही लिखना है।
ਤੁਸੀਂ ਆਪਣੇ ਥਾਟਸ ਔਰ ਥਿੰਕ ਨਹੀਂ ਲਿਖਣਾ। ਇਹਦੇ ਵਿੱਚ ਸਿਰਫ ਔਰ ਸਿਰਫ ਜੋ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਹੈ ਉਹਨੂੰ ਤੁਸੀਂ ਐਕਸਪਲੇਨ ਕਰਨਾ ਔਰ ਜੋ ਉਹਨਾਂ ਨੇ ਤੁਹਾਨੂੰ ਦਿੱਤਾ ਉਹੀ ਤੁਸੀਂ ਐਕਸਪਲੇਨ ਕਰਨਾ। ਸੈਕਿੰਡ ਤੇ ਰਾਈਟਿੰਗ ਟਾਸਕ 2 ਹੋ ਜਾਂਦਾ, ਜਿਹਦੇ ਵਿੱਚ ਤੁਸੀਂ ਆਪਣੇ ਥਾਟਸ ਔਰ ਪੁਆਇੰਟ ਆਫ ਵਿਊ ਦਿੰਦੇ ਹੋ ਔਰ ਕੁਝ ਕੁਐਸਚਨ ਓਪੀਨੀਅਨ ਵੀ ਮੰਗਦੇ ਆ, ਤਾਂ ਤੁਸੀਂ ਉਹਦੇ ਵਿੱਚ ਆਪਣਾ ਖੁਦ ਦਾ ਓਪੀਨੀਅਨ, ਆਪਣਾ ਓਨ ਜੋ ਤੁਹਾਡਾ ਪੁਆਇੰਟ ਆਫ ਵਿਊ ਹੈ ਤੁਸੀਂ ਆਪਣਾ ਰੱਖ ਸਕਦੇ ਹੋ। ਔਰ ਇਹਦੇ ਵਿੱਚ ਟਾਸਕ 2 ਦੇ ਵਿੱਚ ਤੁਹਾਡੇ ਕੋਲ ਸੋਸ਼ਲ ਕੁਐਸਚਨਸ ਹੁੰਦੇ ਨੇ, ਇਸ਼ੂਜ਼ ਹੁੰਦੇ ਨੇ, ਜਿੱਥੇ ਤੁਸੀਂ ਖੁੱਲ ਕੇ ਹਰ ਗੱਲ ਕਹਿ ਸਕਦੇ ਹੋ ਕਿ ਵਾਈ ਐਂਡ ਵਾਈ ਨਾਟ, ਡੂ ਔਰ ਡੋਂਟਸ, ਤੁਸੀਂ ਐਵਰੀਥਿੰਗ ਲਿਖ ਸਕਦੇ ਹੋ। ਔਰ ਉਹਦੇ ਵਿੱਚ ਤੁਹਾਡੇ ਕੋਲ ਟਾਸਕ 1 ਦਾ ਸਟਰਕਚਰ ਜੋ ਹੈ, ਪਹਿਲਾਂ ਆਪਾਂ ਸਟਰਕਚਰ ਦੀ ਹੁਣ ਗੱਲ ਕਰੀਏ। ਟਾਸਕ 1 ਦਾ ਜੋ ਸਟਰਕਚਰ ਹੈ, ਜੋ IDP ਦਾ ਪੈਟਰਨ ਹੈ, ਉਹੀ ਫੋਲੋ ਕਰਨਾ ਹੁੰਦਾ ਔਰ ਉਸ ਤੋਂ ਬਾਅਦ ਤੁਸੀਂ ਨਹੀਂ ਜਾ ਸਕਦੇ। So as Deepak sir told you about reading strategy, so today we will discuss about the reading material only. तो जो रीडिंग पार्ट है ये अपने को टाइम ड्यूरेशन जी होंगी 60 मिनट्स की होंगी, अपने को टोटल जो 60 मिनट का टाइम होता है जिस आपको विदिन 60 मिनट्स ही आंसर जो ट्रांसफर कर देंगे आंसर शीट आपको कोई भी एक्स्ट्रा टाइम गिवन नहीं होता। वो टाइप के क्वेश्चन होंगे ट्रू फॉल्स नॉट गिवन, यस नो नॉट गिवन। ट्रू फॉल्स नॉट गिवन किवें होंगे कि अपन एक स्टेटमेंट गिवन होगी, आप कीवर्ड के बेसिस से फाइंड आउट करांगे कि पैराग्राफ गिवन है कि नहीं। देखो जो तो सेम इन्फॉर्मेशन गिवन है इट मीन जो ट्रू आएगा, राइट। हुण जे मैं ट्रू नू TRUE ना लिख के टी लिखदा ओनली शॉर्ट फॉर्म लिखदा तो इट मीन जो रॉन्ग आंसर, ठीक है। तो मैनू तो कोई बैंड नहीं मिलेगा। जे मैं ट्रू नू ही TRUE नू येस्ट लिखदा YEST ट्रांसफर करता इट मीन अगेन रॉन्ग है, क्योंकि उन्होंने मैनू गिवन दिता हुआ इंस्ट्रक्शन जो ट्रू लिखा हुआ है, तो मैं आंसर जो ट्रांसफर करना है वो ट्रू ही करना है। सेम फॉर नो फॉल्स नॉट गिवन, दोनों इन्होंने वास्ते सेम चीज़ अप्लाई होती है कि मेन इंपॉर्टेंट समरी की है जिवें अपन इंस्ट्रक्शन गिवन है ट्रू फॉल्स नॉट गिवन आप एज इट इज ट्रू फॉल्स नॉट गिवन मैंशन करना है। इट कैन बी इन शॉर्ट फॉर्म इन फुल फॉर्म एज वेल, ठीक है। दोनों च होना चाहिए जिवें मैंशन आप उवें ट्रांसफर करना, सिर्फ एक चीज़ इंपॉर्टेंट है। आफ्टर दैट एक होर टाइप है लिस्ट ऑफ हेडिंग्स, अनदर टाइप है रीडिंग दी लिस्ट ऑफ हेडिंग्स। हुण लिस्ट ऑफ हेडिंग्स की होएगा आपां नूं पैराग्राफ ABCD करके गिवन होंगे, देन कुछ स्टेटमेंट्स गिवन होंगे रोमन च गिवन होंगे 1 2 3 4 5 6 7 करके। ऑलवेज स्टेटमेंट जड़ियाँ होंगे वो ज़्यादा होंगे एज कंपेयर टू पैराग्राफ, जो लिस्ट ऑफ पैराग्राफ्स गिवन होंगे वो हमेशा घट होंगे, तो लिस्ट ऑफ हेडिंग्स की जी स्टेटमेंट्स होंगे वो हमेशा ज़्यादा होंगे। तो मान लो जिवें कि मैनूं लग रहा है जो मेरा B पैराग्राफ है उसका आंसर 4 है, अगर मैंने नोमैरिकली 4 लिखता तो मेरा आंसर रॉन्ग है, क्योंकि मैंने रोमन च मैंशन किया है इंस्ट्रक्शन जो गिवन है मैंने रोमन च गिवन है, तो इट मीनस मैं ट्रांसफर भी जो करना है वो रोमन च करना है। तो यही आप चीज़ां फॉलो करनी होंगी, ठीक है। थैंक यू।